ਸਤਿ ਸ਼੍ਰੀ ਅਕਾਲ ਜੀ। ਪੰਜਾਬ ਚੋਣਾਂ ਦੇ ਵਰ੍ਹੇ ਦੇ ਵਿੱਚ ਦਾਖਲ ਹੋ ਗਿਆ ਹੋਇਆ। ਨਾ ਸਿਰਫ ਦਾਖਲ ਹੋ ਗਿਆ ਬਲਕਿ ਕੁਝ ਮਹੀਨੇ ਹੁਣ ਜਿਹੜੇ ਉਹ ਬਚਦੇ ਆ। ਇਹ ਕਹਿ ਲਿਆ ਜਾਵੇ ਕਿ ਚੋਣਾਂ ਦੇ ਅਖੀਰਲੇ ਮਹੀਨਿਆਂ ਦੇ ਵਿੱਚ ਦਾਖਲ ਹੋ ਗਿਆ ਤੇ ਇਹ ਕੋਈ ਗਲਤ ਨਹੀਂਗਾ। ਜਦੋਂ ਚੋਣ ਆਉਂਦੀ ਆ ਤਾਂ ਇੱਕ ਆਸ ਵੱਜਦੀ ਆ ਇਸ ਚੀਜ਼ ਦੀ ਕਿ ਸ਼ਾਇਦ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਸਿਉਂ ਦੀ ਸੁਣੀ ਜਾਵੇ ਤੇ ਪੰਜਾਬ ਸਿਉਂ ਜਿਹੜਾ ਉਹ ਆਪਣੇ ਰਾਹਾਂ ਦੇ ਉੱਤੇ ਤੁਰ ਪਵੇ, ਉਹਨਾਂ ਰਾਹਾਂ ਦੇ ਉੱਤੇ ਜਿੱਥੇ ਘੱਟੋ ਘੱਟ ਬਹੁਤੇ ਪੰਜਾਬੀ ਉਹਨੂੰ ਵੇਖਣਾ ਚਾਹੁੰਦੇ ਆ। ਉਹਨਾਂ ਰਾਹਾਂ ਵੱਲੋਂ ਜਿਹੜਾ ਪੰਜਾਬ ਹੁੰਦਾ ਸੀ, ਪੰਜਾਬ ਦੀ ਮਿਸਾਲ ਦਿੱਤੀ ਜਾਂਦੀ ਹੁੰਦੀ ਸੀ, ਚਾਹੇ ਉਹ ਪਰ ਜਿਹੜੀ ਉਹ ਇਨਕਮ ਹੈ, ਪਰ ਕੈਪੀਟਾ ਇਨਕਮ ਹੈ ਕਿੰਨੀ ਹੈ, ਪੰਜਾਬ ਦੇ ਸਕੂਲ, ਪੰਜਾਬ ਦੀ ਡਿਸਪੈਂਸਰੀ ਸਿਸਟਮ ਬਹੁਤ ਵਧੀਆ ਹੁੰਦਾ ਸੀ ਕਿਸੇ ਵੇਲੇ। ਹੌਲੀ ਹੌਲੀ ਪੰਜਾਬ ਜਿਹੜਾ ਉਹ ਧੱਸਦਾ ਗਿਆ। ਕੁਝ ਉੱਥੇ ਜਿੱਥੋਂ ਉਹਦਾ ਅੱਜ ਦੀ ਮੌਜੂਦਾ ਸਥਿਤੀ ਦੇ ਵਿੱਚ ਦੇਖੀਏ ਤੇ ਨਿਕਲ ਸਕਣਾ ਬੜਾ ਔਖਾ। ਅੱਜ ਤੱਕ ਇਹ ਸਮਝ ਨਹੀਂ ਲੱਗਿਆ ਕਿ ਪਹਿਲਾਂ ਇੰਦਰ ਕੁਮਾਰ ਗੁਜਰਾਲ ਜਦੋਂ ਪ੍ਰਧਾਨ ਮੰਤਰੀ ਬਣੇ, ਉਹਨਾਂ ਨੇ ਪੰਜਾਬ ਦੇ ਸਿਰ ਚੜ੍ਹੇ ਕਰਜ਼ੇ ਦੇ ਉੱਤੇ ਲੀਕ ਫੇਰਨ ਦੀ ਗੱਲ ਆਖੀ। ਇਹ ਕਰਜ਼ਾ ਪੰਜਾਬ ਨੇ ਕੋਈ ਡਿਵੈਲਪਮੈਂਟ ਦੇ ਵਾਸਤੇ ਨਹੀਂ ਸੀ ਲਿਆ। ਇਹ ਕਰਜ਼ਾ ਕੋਈ ਪੰਜਾਬ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਨਹੀਂ ਸੀ ਲਿਆ, ਬਲਕਿ ਪੰਜਾਬ ਦੇ ਕਾਲੇ ਦਿਨਾਂ ਦੇ ਦੌਰਾਨ ਜਿਹੜੀਆਂ ਪੈਰਾਮਿਲਟਰੀ ਫੋਰਸਸ ਇੱਥੇ ਲੱਗਦੀਆਂ ਸੀਗੀਆਂ, ਇਹ ਉਹਨਾਂ ਦਾ ਜਿਹੜਾ ਖਰਚਾ ਪਾਇਆ ਗਿਆ ਪੰਜਾਬ ਨੂੰ, ਇਹ ਉਹਦਾ ਕਰਜ਼ਾ ਸੀਗਾ। ਹਾਲਾਂਕਿ ਉਸ ਮੁੱਦੇ ਦੇ ਉੱਤੇ, ਉਸ ਮੁੱਦੇ ਨੂੰ ਭੁਖਾ ਕੇ ਬਹੁਤ ਸਾਰੀ ਰਾਜਨੀਤੀ ਸਿਆਸੀ ਪਾਰਟੀਆਂ ਨੇ ਕੀਤੀ, ਮੁਲਕ ਪੱਧਰ ਦੇ ਉੱਤੇ ਕੀਤੀ। ਇਹ ਆਖਿਆ ਗਿਆ ਕਿ ਮੁਲਕ ਨੂੰ ਉਹ ਇੱਕ ਵੰਡਣ ਦੀ ਕੋਸ਼ਿਸ਼ ਸੀ, ਅਸੀਂ ਮੁਲਕ ਇਕੱਠਾ ਰੱਖ ਲਿਆ। ਜੇ ਉਹ ਮੁਲਕ ਦੀ ਸਮੱਸਿਆ ਸੀ ਤੇ ਫਿਰ ਉਹਦਾ ਜਿਹੜਾ ਖਰਚਾ ਸੀ ਇੱਕ ਸੂਬੇ ਦੇ ਉੱਤੇ ਕਿਉਂ ਪਿਆ, ਇਹ ਬੜਾ ਵੱਡਾ ਸਵਾਲ ਹੈ। ਇੰਦਰ ਕੁਮਾਰ ਗੁਜਰਾਲ ਹੋਰਾਂ ਨੇ ਜੇ ਉਸ ਕਰਜ਼ੇ ਦੇ ਉੱਤੇ ਲੀਕ ਫੇਰੀ ਤੇ ਫਿਰ ਉਹ ਕਰਜ਼ਾ ਮੁੜ ਕੇ ਕਿੱਥੋਂ ਉੱਠ ਪਿਆ। ਫਿਰ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ, ਉਹਨਾਂ ਦੇ ਸਮੇਂ ਵੀ ਅਕਾਲੀ ਦਲ ਜਿਹੜਾ ਸੀ ਉਹਨੇ ਉਹਨਾਂ ਤੱਕ ਅਪਰੋਚ ਕੀਤੀ, ਇਹ ਆਖਿਆ ਕਿ ਸਾਡਾ ਕਰਜ਼ਾ ਮਾਫ ਕਰੋ। ਕਹਿੰਦੇ ਲੀਕ ਉਦੋਂ ਵੀ ਫੇਰੀ ਗਈ। ਸਵਾਲ ਇਹ ਕਿ ਜਦੋਂ ਲੀਕਾਂ ਫੇਰੀਆਂ ਜਾਂਦੀਆਂ ਸੀ ਕਰਜ਼ੇ ਦੇ ਉੱਤੇ ਤੇ ਫਿਰ ਇਹ ਕਰਜ਼ਾ ਦੁਬਾਰਾ ਫੇਰ ਕਿੱਥੋਂ ਆ ਜਾਂਦਾ ਸੀਗਾ, ਇਹ ਬੜਾ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਹੈ। ਇਹ ਕਰਜ਼ਾ ਫਿਰ ਉਸ ਤੋਂ ਬਾਅਦ ਜਿਹੜਾ ਇਹ ਦੌਰ ਸੀਗਾ, ਜਿਹੜਾ ਖਾਸ ਤੌਰ ਦੇ ਉੱਤੇ ਤੁਸੀਂ ਇਹ ਕਹਿ ਲਓ ਕਿ 92 ਦੇ ਵਿੱਚ ਜਿਹੜੀ ਸਰਕਾਰ ਬਣਦੀ ਆ ਬੇਅੰਤ ਸਿੰਘ ਹੋਰਾਂ ਦੀ, 97 ਤੱਕ ਉਹ ਰਹਿੰਦੀ ਆ। ਉਹ ਬੜੀਆਂ ਥੋੜ੍ਹੀਆਂ ਜੀਆਂ ਥੋੜ੍ਹੇ ਜਿਹੇ ਪਰਸੈਂਟ ਵੋਟਾਂ ਲੈ ਕੇ ਬਣੀ ਹੋਈ ਸਰਕਾਰ ਸੀ, ਕਿਉਂਕਿ ਬਹੁਤੀਆਂ ਧਿਰਾਂ ਨੇ ਉਦੋਂ ਬਾਈਕਾਟ ਕਰਤਾ ਸੀ। ਉਹ ਜਿਹੜੀ ਸਰਕਾਰ ਸੀ ਉਹਨੇ ਇੱਕ VIP ਕਲਚਰ ਦਿੱਤਾ। VIP ਕਲਚਰ ਜਿਹੜਾ ਉਹ ਲੋਕਾਂ ਦੇ ਵਾਸਤੇ ਨਹੀਂ, ਆਮ ਲੋਕਾਂ ਦੇ ਵਾਸਤੇ ਨਹੀਂ, ਆਮ ਲੋਕਾਂ ਦੇ ਘਰਾਂ ਦੇ ਪੁੱਤ ਤਾਂ ਲੱਭੇ ਨਹੀਂ ਉਦੋਂ ਬਾਅਦ। ਉਹ VIP ਕਲਚਰ ਸੀਗਾ ਅਫਸਰਾਂ ਦਾ ਤੇ ਰਾਜਨੀਤਿਕਾਂ ਦਾ। ਵੀ ਜਿਹੜਾ ਇੱਕ ਰਾਜਨੀਤਿਕ ਵਿਅਕਤੀ ਆ, ਜਦੋਂ ਉਹ ਚੱਲ ਰਿਹਾ, ਉਹਦੇ ਨਾਲ ਬਹੁਤ ਵੱਡਾ ਇੱਕ ਕਾਫਲਾ ਚੱਲ ਰਿਹਾ, ਉਹਦੇ ਨਾਲ 60-62 ਗੱਡੀਆਂ ਚੱਲ ਰਹੀਆਂ ਨੇ, ਉਹਦੇ ਨਾਲ ਅੰਨ੍ਹੇਵਾਹ ਪੁਲਿਸ ਵਾਲੇ ਜਿਹੜੇ ਬਹੁਤ ਸਾਰੇ ਉਸ VIP ਸਿਕਿਉਰਿਟੀ ਦੇ ਵਿੱਚ ਲੱਗੇ ਹੋਏ ਆ, ਉਹਦੇ ਨਾਲ ਐਂਬੂਲੈਂਸ ਚੱਲ ਰਹੀ ਆ, ਉਹਦੇ ਨਾਲ ਫਾਇਰ ਬ੍ਰਿਗੇਡ ਚੱਲ ਰਹੀ ਆ, ਉਹਦੇ ਨਾਲ ਜੈਮਰ ਵਾਲੀਆਂ ਗੱਡੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਦੇ ਕਾਫਲੇ, ਮੰਤਰੀਆਂ ਦੇ ਕਾਫਲੇ 1992 ਤੋਂ ਇਹ ਵੱਡੇ ਹੋਣੇ ਸ਼ੁਰੂ ਹੋਏ। ਪਹਿਲਾਂ ਅਜਿਹੇ ਹਾਲਾਤ ਨਹੀਂ ਸੀ ਹੁੰਦੇ ਸੀ। ਪਹਿਲੇ ਵੀ ਮੰਤਰੀ ਜਿਹੜੇ ਉਹ ਮੁੱਖ ਮੰਤਰੀ ਦੇਖੇ ਨੇ, ਠੀਕ ਹੈ, ਕਾਫਲਾ ਚੱਲਦਾ ਸੀਗਾ, ਸਿਕਿਉਰਿਟੀ ਜਿਹੜੀ ਉਹਨਾਂ ਦੇ ਨਾਲ ਚੱਲਦੀ ਸੀ, ਇੰਨੀ ਨਹੀਂ ਜਿੰਨੇ ਉਹ 92 ਤੋਂ 97 ਵਾਲੇ ਸਮੇਂ ਨੇ ਦਿੱਤੀ। ਮੁੜ ਕੇ ਇਹ ਜਿਹੜੀ VIP ਜ਼ਿੰਦਗੀ ਸੀ ਸਿਆਸਤਦਾਨਾਂ ਦੀ ਤੇ ਅਫਸਰਾਂ ਦੀ, ਉਹ ਵਾਪਸ ਹੀ ਨਹੀਂ ਹੋ ਸਕੀ। ਅੱਜ ਪੰਜਾਬ, ਇਹ ਕਿਹਾ ਜਾਂਦਾ ਕਿ ਪੰਜਾਬ ਸੁਰੱਖਿਅਤ ਸੂਬਾ, ਜਦੋਂ ਜੇ 97 ਤੋਂ ਲੈ ਕੇ 2002 ਤੱਕ
ਪ੍ਰਕਾਸ਼ ਸਿੰਘ ਬਾਦਲ ਹੋਰੀ ਮੁੱਖ ਮੰਤਰੀ ਬਣੇ, ਉਹ ਇਹ ਗੱਲ ਕਹਿੰਦੇ ਰਹੇ ਜਦੋਂ ਪ੍ਰਚਾਰ ਕਰਦੇ ਸੀਗੇ 95 96 97 ਦੇ ਵਿੱਚ ਐਕਟਿਵ ਹੋਣਾ ਸ਼ੁਰੂ ਹੋਇਆ, 95 96 ਲਾ ਲਓ, ਚਲੋ 97 ਦੇ ਵਿੱਚ ਚੋਣਾਂ ਹੋ ਗਈਆਂ। ਉਹ ਇਹ ਗੱਲ ਕਹਿੰਦੇ ਸੀਗੇ ਕਿ ਅਸੀਂ ਜਿਹੜੇ ਲੋਕਾਂ ਦੇ ਪੁੱਤ ਮਰੇ ਆ, ਅਸੀਂ ਉਹਨਾਂ ਦਾ ਹਿਸਾਬ ਲਵਾਂਗੇ, ਲੋਕਾਂ ਨੂੰ ਕਟਹਿਰੇ ਦੇ ਵਿੱਚ ਉਹਨਾਂ ਲੋਕਾਂ ਨੂੰ ਖੜੇ ਕਰਾਂਗੇ ਜਿਨ੍ਹਾਂ ਨੇ ਇਹ ਪੁੱਤ ਖਪਾਏ। ਮੁੜ ਕੇ ਉਹੀ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਕਿਵੇਂ ਤਰੱਕੀਆਂ ਮਿਲੀਆਂ ਉਹ ਸਭ ਦੇ ਸਾਹਮਣੇ ਨੇ। ਫਿਰ ਉਹ 97 ਤੋਂ 2 ਵਾਲਾ ਜਿਹੜਾ ਉਹਨਾਂ ਦਾ ਟਰਮ ਸੀ ਉਹਦੇ ਵਿੱਚ ਉਹ ਇਹ ਗੱਲ ਕਹਿੰਦੇ ਕਿ ਹਿੰਦੂ ਸਿੱਖ ਜਿਹੜੇ ਸਾਂਝ ਹੈ ਅਸੀਂ ਉਹਨੂੰ ਬਰਕਰਾਰ ਰੱਖਿਆ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਨੇ ਸਮਝੌਤਾ ਕਰ ਲਿਆ। ਨੋ ਡਾਊਟ ਮੁੜ ਕੇ ਉਸ ਤੋਂ ਬਾਅਦ ਜਿਹੜੀ ਕੋਈ ਬਹੁਤ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਨਹੀਂ ਵਾਪਰੀ, ਬਲਕਿ ਮਾਮੂਲੀ ਵਾਰਦਾਤਾਂ ਵਾਪਰੀਆਂ। ਫਿਰ 97 ਤੋਂ ਲੈ ਕੇ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਬਣਦੇ ਆ। 2002 ਤੋਂ ਲੈ ਕੇ 7 ਤੱਕ ਉਹ ਕਹਿੰਦੇ ਆ ਕਿ ਲਾਅ ਐਂਡ ਆਰਡਰ ਜਿਹੜਾ ਜੀ ਉਹ ਮੈਨੂੰ ਪਤਾ ਕਿਵੇਂ ਮੇਨਟੇਨ ਰੱਖੀਦਾ, ਤੇ ਉਹ ਇੱਕ ਚੰਗੇ ਐਡਮਿਨਿਸਟ੍ਰੇਟਰ ਵੀ ਸਾਬਤ ਹੋਏ ਉਹਦੇ ਉਸ ਟਰਮ ਦੇ ਵਿੱਚ। ਪਰ ਜਿਹੜੇ VIP ਕਾਫਲੇ ਪੰਜਾਬ ਦੇ ਮਗਰ ਪੈ ਗਏ ਉਹ ਨਹੀਂ ਮਗਰੋਂ ਲੱਥੇ। ਉਹ 92 ਤੋਂ 97 ਜਿੰਨੇ ਚੱਲਦੇ ਸੀ, 97 ਤੋਂ 2002 ਤੱਕ ਉਹ ਵੱਧ ਗਏ। ਫਿਰ 2002 ਤੋਂ ਜਿਹੜੇ 7 ਵਾਲੀ ਟਰਮ ਸੀ ਉਹਦੇ 'ਚ ਵੱਧ ਗਏ। 2007 ਦੇ ਵਿੱਚ ਜਿਹੜੀ ਆ ਉਹ ਫਿਰ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ। ਕੁਝ ਸਮੇਂ ਬਾਅਦ ਇਹਦੇ ਵਿੱਚ ਫਿਰ ਐਂਟਰੀ ਹੋ ਜਾਂਦੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ। ਇਹ ਜਿਹੜੇ ਕਾਫਲੇ ਸੀਗੇ ਉਹ ਫਿਰ ਹੋਰ ਵੱਧ ਗਏ, ਕਿਉਂਕਿ ਉਹਨਾਂ ਨੇ ਜਿਹੜਾ ਸੀਗਾ ਉਹ ਡਿਫਰੈਂਟ ਟਾਈਪ ਦੀ ਰਾਜਨੀਤੀ ਇੱਕ ਲੈ ਆਂਦੀ। ਅੱਜ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜੇ ਤੁਸੀਂ ਕਾਫਲਾ ਦੇਖੋ ਉਹ ਐਡਾ ਵੱਡਾ ਕਾਫਲਾ ਚੱਲਦਾ। ਆ ਜਿਹੜੇ ਮੈਂ ਸਾਰੇ ਗਿਣੇ ਨੇ ਨਿੱਕ ਸੁੱਕ ਸਾਰੇ ਉਹਨਾਂ ਦੇ ਕਾਫਲੇ ਦੇ ਨਾਲ ਚੱਲਦੇ ਆ। ਉਹ ਜੈਮਰ ਹੈ, ਦੂਜੀਆਂ ਗੱਡੀਆਂ ਨੇ, ਐਂਬੂਲੈਂਸ ਨੇ, ਉਹ ਸਾਰੀਆਂ ਚੱਲਦੀਆਂ ਨੇ। ਇੰਨੇ ਤਾਪਮਾਨ ਦੇ ਵਿੱਚ, ਠੰਡਾਂ ਦੇ ਵਿੱਚ ਜੇ ਉਹਨਾਂ ਨੇ ਚੰਡੀਗੜ੍ਹ ਤੋਂ ਚੱਲ ਕੇ ਬਠਿੰਡੇ ਜਾਣਾ ਤੇ ਉੱਥੇ ਰੂਟ ਲੱਗਦਾ, ਉਹਨੂੰ ਰੂਟ ਲੱਗਣਾ ਕਹਿੰਦੇ ਆ। ਉਹ ਥੋੜੀ ਥੋੜੀ ਇਹਦੀ ਵਿੱਥ ਦੇ ਉੱਤੇ ਇੱਕ ਪੁਲਿਸ ਵਾਲਾ ਡੰਡਾ ਲੈ ਕੇ ਖੜਾ। ਉਹਨਾਂ ਵਿਚਾਰਿਆਂ ਦਾ ਕੀ ਕਸੂਰ ਜਿਹੜੇ ਭੁੱਖਣ ਭਾਣੇ ਖੜੇ ਕੀਤੇ ਹੋਏ ਆ। VIP ਕਲਚਰ ਹੈ ਇਹ। VIP ਕਲਚਰ ਕਿਹੋ ਜਿਹਾ? ਕਦੀ ਹੈਲੀਕਾਪਟਰ ਦੇ ਗੇੜੇ ਗਿਣਨੇ 2007 ਤੋਂ ਲੈ ਕੇ 17 ਤੱਕ ਦੀ ਸੁਖਬੀਰ ਸਿੰਘ ਬਾਦਲ ਜਿਹੜਾ ਹੈਲੀਕਾਪਟਰ ਵਰਤਦੇ ਸੀ, ਉਹ ਇੰਨੇ ਪੈਸੇ ਉਹਦੇ ਦੇਣੇ ਪੈਂਦੇ ਸੀ ਕਿ ਹੈਲੀਕਾਪਟਰ ਨਵਾਂ ਆ ਜਾਂਦਾ, ਫਿਰ ਨਵਾਂ ਲੈ ਲਿਆ ਗਿਆ। ਉਦੋਂ ਜਦੋਂ ਕਈ ਹੈਲੀਕਾਪਟਰਾਂ ਜੋਗੇ ਬਿੱਲ ਜਿਹੜੇ ਸੀਗੇ ਇੱਕ ਕੰਪਨੀ ਨੂੰ ਦੇਤੇ, ਉਹ ਕੰਪਨੀ ਕਿਹਦੀ ਆ ਇੱਕ ਸੈਪਰੇਟ ਇਸ਼ੂ ਆ। ਪੰਜਾਬ ਨੂੰ ਫਿਰ ਖਜ਼ਾਨੇ ਦੇ ਉੱਤੇ ਬੋਝ ਜਿਹੜਾ ਉਹ ਪਾਇਆ ਗਿਆ। ਬੱਚੇ ਕਹਿੰਦੇ ਝੀਲਾਂ ਦੇ ਉੱਤੇ ਸੈਰ ਕਰਨੀ ਆ ਤੇ ਦਿੱਲੀ ਤੇ ਉਹ ਹੈਲੀਕਾਪਟਰ ਚੱਲਦਾ, ਬਠਿੰਡੇ ਆਉਂਦਾ, ਸੈਰ ਕਰਾ ਕੇ ਵਾਪਸ ਲੈ ਜਾਂਦਾ। ਬੱਚੇ ਕਹਿੰਦੇ ਫਿਲਮ ਦੇਖਣੀ ਆ, ਹੈਲੀਕਾਪਟਰ ਜਿਹੜਾ ਚੱਲਦਾ ਫਿਲਮ ਵਿਖਾ ਕੇ ਵਾਪਸ ਚਲੇ ਜਾਂਦਾ। ਅਜਿਹੀਆਂ VIP ਸਹੂਲਤਾਂ ਜਿਹੜੀਆਂ ਉਹ ਲਈਆਂ, ਖਜ਼ਾਨੇ ਦੇ ਸਿਰ ਬੋਝ ਜਿਹੜਾ ਉਹ ਹੋਰ ਵੱਧਦਾ ਗਿਆ। ਮੁੜ ਕੇ ਜਦੋਂ 17 ਵਾਲੀਆਂ ਇਲੈਕਸ਼ਨਾਂ ਹੁੰਦੀਆਂ ਨੇ, 16 ਦੇ ਵਿੱਚ VIP ਕਲਚਰ ਇੱਕ ਇਸ਼ੂ ਬਣਦਾ, ਇੱਕ ਚੋਣ ਇਸ਼ੂ ਬਣਦਾ। ਕਾਂਗਰਸ ਇਹ ਗੱਲ ਕਹਿੰਦੀ ਆ, ਕਿਉਂਕਿ ਉਦੋਂ ਆਮ ਆਦਮੀ ਪਾਰਟੀ ਦੀ ਚੜ੍ਹਾਈ ਹੋ ਗਈ ਸੀ, ਕਿ ਅਸੀਂ VIP ਸਹੂਲਤਾਂ ਨਹੀਂ ਲਵਾਂਗੇ। ਕਿਸੇ ਨੀਂਹ ਪੱਥਰ ਦੇ ਉੱਤੇ ਨਾਮ ਨਹੀਂ ਲਿਖਿਆ ਜਾਊਗਾ ਕਿਸੇ ਨੇਤਾ ਦਾ, ਲਾਲ ਬੱਤੀ ਨਹੀਂ ਲੱਗੂਗੀ। ਕਿ ਅੱਜ ਪੰਜਾਬ ਦੇ ਵਿੱਚੋਂ ਲਾਲ ਬੱਤੀ ਕਲਚਰ ਮੁੱਕ ਗਿਆ? ਨਹੀਂ, ਉਹ ਉਸੇ ਤਰੀਕੇ ਨਾਲ ਜਾਰੀ ਆ। ਬਲਕਿ ਉਹ ਟਿਮਟਮਾਉਣ ਵਾਲੀਆਂ ਜਿਹੜੀਆਂ ਬੱਤੀਆਂ ਲੱਗ ਗਈਆਂ, ਉਹਦੇ ਵਿੱਚ ਨੀਲੀ ਲਾਲ ਤੇ ਉਹ ਕਈ ਮਿਕਸ ਜੀਆਂ ਕਰਕੇ ਜਿਹੜੀਆਂ ਉਹ ਤੁਰੀਆਂ ਫਿਰਦੀਆਂ ਨੇ। ਹੂਟਰ ਉਸੇ ਤਰੀਕੇ ਦੇ ਨਾਲ ਚੱਲਦੇ ਨੇ। ਰਾਜਨੀਤਿਕ ਲੋਕਾਂ ਦੀਆਂ ਗੱਡੀਆਂ ਦੇ ਉੱਤੇ ਹੂਟਰ ਜਿਹੜੇ ਉਹ ਲੱਗੇ ਹੋਏ ਨੇ, ਜਦੋਂ ਕਿ ਹੂਟਰ ਦੇ ਉੱਤੇ ਮਨਾਹੀ ਆ। ਪਰ ਕਿਉਂਕਿ ਕੌਣ ਕਹੇ ਰਾਣੀ ਅੱਗਾ ਟੱਕ, ਉਹ ਗੱਲ ਹੈ, ਕੌਣ ਉਹਨਾਂ ਨੂੰ ਜਿਹੜਾ ਉਹ ਰੋਕੇ। ਲੋਕਾਂ ਦੇ ਕੋਲੋਂ ਹੂਟਰ ਮੰਗਦੇ ਜਿਹੜੇ ਮਾਰਦੇ ਉਹ ਲੰਘਦੇ ਨੇ। ਕਿੱਡੇ ਕਿੱਡੇ ਲੰਮੇ ਕਾਫਲੇ ਜਿਹੜੇ ਉਹ ਮੰਤਰੀਆਂ ਦੇ ਜਾਂਦੇ ਨੇ। VIP ਕਲਚਰ ਉਸੇ ਤਰੀਕੇ ਨਾਲ ਜਾਰੀ ਹੈ। ਜਿਹੜਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਸਭ ਤੋਂ ਵੱਡਾ ਬੋਝ ਹੈ, Z ਸਿਕਿਉਰਿਟੀ ਜਿਹੜੀ ਆ ਉਹ ਕਿਉਂ ਲੈਣੀ ਪੈਂਦੀ ਆ? ਜਦੋਂ ਤੁਸੀਂ ਇੱਕ ਪਾਸੇ ਇਹ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੈ, ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਲਾਅ ਐਂਡ ਆਰਡਰ ਦੀ ਸਮੱਸਿਆ ਨਹੀਂ ਹੈਗੀ, ਫਿਰ ਇੰਨੇ ਸਿਕਿਉਰਿਟੀ ਵਾਲੇ ਕਿਉਂ ਲਏ ਜਾਂਦੇ ਆ? ਪੰਜਾਬ ਜਦੋਂ 2022 ਦੀਆਂ ਚੋਣਾਂ ਵੱਲ ਨੂੰ ਜਾ ਰਿਹਾ, ਅੱਜ ਜਿਹੜੀ ਰਾਜਨੀਤੀ ਮੁੱਦਿਆਂ ਦੀ ਹੋਣੀ ਚਾਹੀਦੀ ਸੀ, ਉਹ ਚਿਹਰਿਆਂ ਦੇ ਉੱਤੇ ਜਿਹੜੀ ਉਹ ਕੇਂਦਰਿਤ ਹੁੰਦੀ ਪ੍ਰਤੀਤ ਹੋ ਰਹੀ ਹੈ। ਅਕਾਲੀ ਦਲ ਬਾਦਲ ਇਹ ਕਹਿੰਦਾ ਕਿ ਅਸੀਂ ਇੱਕ ਦਲਿਤ ਡਿਪਟੀ CM ਫੇਸ ਦੇਵਾਂਗੇ ਤੁਹਾਨੂੰ,
ਤੇ ਇਸੇ ਕਰਕੇ ਉਹ ਬਹੁਜਨ ਸਮਾਜ ਪਾਰਟੀ ਦੇ ਨਾਲ ਸਮਝੌਤਾ ਵੀ ਕਰ ਲੈਂਦਾ। ਬਹੁਜਨ ਸਮਾਜ ਪਾਰਟੀ ਦੇ ਨਾਲ ਸਮਝੌਤਾ ਕੋਈ ਗਲਤ ਨਹੀਂਗਾ, ਸਿਆਸੀ ਪਾਰਟੀਆਂ ਕਰਦੀਆਂ ਨੇ ਇੱਕ ਦੂਜੇ ਦੇ ਨਾਲ ਸਮਝੌਤੇ। ਮੁੜ ਕੇ ਭਾਰਤੀ ਜਨਤਾ ਪਾਰਟੀ ਇਹ ਕਹਿੰਦੀ ਹੈ ਕਿ ਅਸੀਂ ਦਲਿਤ ਸੀਐਮ ਦੇਵਾਂਗੇ। ਅਜੇ ਉਹਨਾਂ ਦਾ ਕਿਸੇ ਨਾਲ ਸਮਝੌਤਾ ਤਾਂ ਨਹੀਂ ਹੋਇਆ, ਦੇਖਦੇ ਹਾਂ ਉਹ ਕਿੱਧਰ ਨੂੰ ਜਾਂਦੇ ਆ। ਕਾਂਗਰਸ ਕਹਿੰਦੀ ਆ ਅਸੀਂ ਹੋ ਸਕਦਾ ਆਉਂਦੇ ਦਿਨਾਂ ਦੇ ਦੌਰਾਨ 2 ਡਿਪਟੀ ਸੀਐਮ ਲਾ ਦਈਏ, ਇੱਕ ਦਲਿਤ ਹੋ ਜੇ। ਹੋ ਸਕਦਾ ਆਉਂਦੇ ਦਿਨਾਂ ਦੇ ਦੌਰਾਨ 3 ਕਾਰਜਕਾਰੀ ਪ੍ਰਧਾਨ ਲਾ ਦਈਏ, ਉਹਦੇ ਵਿੱਚ ਇੱਕ ਦਲਿਤ ਜਿਹੜਾ ਉਹ ਹੋ ਜੇ। ਅਰਵਿੰਦ ਕੇਜਰੀਵਾਲ ਹੁਰੀ ਪਹਿਲਾਂ ਆਏ ਪੰਜਾਬ, ਫਿਰ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਸ਼ਾਮਲ ਕੀਤਾ। ਉਹ ਫੇਰ ਆਏ, ਉਹਨਾਂ ਨੇ ਬਿਜਲੀ ਦੇ ਬਾਰੇ ਦੇ ਵਿੱਚ ਅਨਾਉਂਸਮੈਂਟ ਜਿਹੜੀ ਕੀਤੀ, 300 ਯੂਨਿਟ ਫ੍ਰੀ ਦੇਣ ਦੀ ਗੱਲ ਹਰੇਕ ਪਰਿਵਾਰ ਨੂੰ ਕੀਤੀ। ਕਹਿੰਦੇ ਮੈਂ 2 ਮਹੀਨਿਆਂ ਬਾਅਦ ਫੇਰ ਆਉਂਗਾ, ਅਗਲਾ ਐਲਾਨ ਮੈਂ ਫੇਰ ਕਰੂੰਗਾ। ਚਿਹਰਿਆਂ ਦੀ ਰਾਜਨੀਤੀ ਜਿਹੜੀ ਆ ਉਹ ਫਿਰ ਇੱਕ ਵਾਰੀ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ। ਚਿਹਰੇ ਤੋਂ ਯਾਦ ਆਇਆ, ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਇਹ ਐਲਾਨ ਕੀਤਾ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਇੱਕ ਸਿੱਖ ਚਿਹਰਾ ਹੋਊਗਾ, ਜਿਹੜਾ ਕਿ ਲੋਕਾਂ ਦੇ ਵਿੱਚ ਬਹੁਤ ਸਤਿਕਾਰਤ ਹੋਊਗਾ। ਕੌਣ ਹੋਊਗਾ, ਇਹਦੇ ਸੰਬੰਧੀ ਕਈ ਕਿਸਮ ਦੀਆਂ ਅਟਕਲਾਂ ਲੱਗੀ ਜਾਂਦੀਆਂ ਨੇ, ਉਹ ਆਪਣਾ ਵਿਚਾਰ ਚਰਚਾ ਦਾ ਪਾਰਟ ਨਹੀਂਗਾ, ਉਹਦੇ ਉੱਤੇ ਕਿਸੇ ਟਾਈਮ ਫੇਰ ਗੱਲ ਕਰਾਂਗੇ। ਚਿਹਰੇ ਦੀ ਰਾਜਨੀਤੀ ਉੱਥੇ ਵੀ ਆ ਗਈ। ਹੁਣ ਮੁੱਦੇ ਕੀ ਨੇ? ਮੁੱਦੇ ਜਿਹੜੇ ਨੇ ਉਹ ਮੁੱਦਾ ਐਜੂਕੇਸ਼ਨ ਹੈ। ਪੰਜਾਬ ਦਾ ਐਜੂਕੇਸ਼ਨ, ਤੁਸੀਂ ਕਾਗਜ਼ਾਂ ਦੇ ਵਿੱਚ ਜੋ ਕੁਝ ਕਢਾ ਲਿਆ ਨੰਬਰ 1 ਵਾਲਾ, ਉਸ ਪਾਸੇ ਵੱਲ ਨਾ ਜਾਣਾ। ਅਸਲ ਦੇ ਵਿੱਚ ਜਿਹੜੀ ਉਹ ਸਮੱਸਿਆ ਕੀ ਹੈ, ਉਹ ਕੱਚੇ ਅਧਿਆਪਕਾਂ ਦੇ ਧਰਨੇ ਦੇਖੋ, ਉਹ ਈਟੀਟੀ ਟੈਟ ਪਾਸ ਜਿਹੜੇ ਲੋਕ ਨੇ ਉਹ ਉਹਨਾਂ ਦੇ ਧਰਨੇ ਦੇਖੋ। ਇਹ ਮੈਰੀਟੋਰੀਅਸ ਜਿਹੜੇ ਸਕੂਲ ਬਣਾਏ ਹੋਏ ਨੇ, ਉਹ ਜਿਹੜੇ ਟੀਚਰਸ ਨੇ ਉਹ ਵਿਚਾਰੇ ਕਦੀ ਕਿਸੇ ਨਾਲ ਮੀਟਿੰਗ ਕਰਦੇ ਫਿਰਦੇ, ਕਦੀ ਕਿਸੇ ਨਾਲ ਮੀਟਿੰਗ ਕਰਦੇ ਫਿਰਦੇ ਆ, ਗੱਲ ਕਿਸੇ ਤਣ ਪੱਤਣ ਲੱਗ ਨਹੀਂ ਰਹੀ। ਤੁਸੀਂ ਉਹਨਾਂ ਦੇ ਦੇਖੋ। ਡਾਕਟਰਾਂ ਦੇ ਵੱਲੋਂ ਹੜਤਾਲ ਕਿਉਂ ਕੀਤੀ ਜਾ ਰਹੀ ਆ ਪੰਜਾਬ ਦੇ ਵਿੱਚ? ਜਿਹੜੇ ਉਹਨਾਂ ਦੇ ਕੱਟ ਲਾਏ ਗਏ, ਕੀ ਇਹ ਸਮਾਂ ਸੀਗਾ ਕਿ ਉਹਨਾਂ ਦੇ ਉਹਨਾਂ ਦੀ ਤਨਖਾਹ ਦੇ ਉੱਤੇ ਇਹ ਕੱਟ ਲੱਗਦੇ? ਜਦੋਂ ਕਿ ਅਜੇ ਅਸੀਂ ਮਹਾਮਾਰੀ ਦੇ ਵਿੱਚੋਂ ਨਿਕਲੇ ਨਹੀਂ, ਅਸੀਂ ਕੰਟੀਨਿਊ ਉਸ ਸਥਿਤੀ ਦੇ ਵਿੱਚ। ਪਿਛਲੇ ਸਾਲ ਮਈ ਦੇ ਵਿੱਚ ਸਿਹਤ ਕਰਮੀ ਰੱਖੇ ਗਏ ਦਿਹਾੜੀ ਤੇ। ਤੁਸੀਂ ਦੇਖੋ ਜਿਸ ਸੂਬੇ 'ਚ ਦਿਹਾੜੀ ਤੇ ਸਿਹਤ ਕਰਮੀ ਰੱਖੇ ਜਾਣ, ਉਹਦੇ ਸਿਹਤ ਢਾਂਚੇ ਦਾ ਕੀ ਹਾਲ ਹੋ ਸਕਦਾ। ਮਈ 'ਚ ਰੱਖ ਕੇ ਅਕਤੂਬਰ 'ਚ ਕੱਢਤੇ, ਕਹਿੰਦੇ ਜੀ ਮਹਾਮਾਰੀ ਗਈ। ਮੁੜ ਕੇ ਹੁਣ ਫੇਰ ਦੁਬਾਰਾ ਰੱਖਦੇ ਫਿਰਦੇ ਸੀ। ਉਹ ਕਿਉਂਕਿ ਜੋੜ ਘਟਾਓ ਹੋਣਗੇ, ਪਹਿਲਾਂ ਵੀ ਜੋੜ ਲਏ ਜਾਣਗੇ, ਨਵੇਂ ਜੋੜਦੇ ਜਾਣਗੇ। ਵੀ ਦੇਖੋ ਕਿੰਨੀਆਂ ਨੌਕਰੀਆਂ ਦਿੱਤੀਆਂ, ਇੰਨੇ ਉਦੋਂ ਰੱਖੇ ਸੀ, ਇੰਨੇ ਹੁਣ ਜਿਹੜਾ ਉਹ ਰੱਖੇ। ਇਹ ਮੁੱਦੇ ਨੇ, ਇਹਨਾਂ ਦੇ ਉੱਤੇ ਗੱਲ ਜਿਹੜੀ ਉਹ ਹੋਣੀ ਬੜੀ ਜ਼ਰੂਰੀ ਆ। ਪੰਜਾਬ ਦਾ ਪਾਣੀ ਡੇ ਬਾਈ ਡੇ ਥੱਲੇ ਤੁਰਿਆ ਜਾਂਦਾ, ਔਰ ਪੰਜਾਬ ਰੇਗਿਸਤਾਨ ਬਣਨ ਵੱਲ ਨੂੰ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ। ਪੰਜਾਬ ਦੇ ਵਿੱਚ ਡਾਰਕ ਜ਼ੋਨ ਦੀ ਗੱਲ ਕਿਤੇ ਨਹੀਂ ਹੋ ਰਹੀ। ਪੰਜਾਬ ਦੇ ਰੁੱਖ ਸਰਕਾਰੀ ਤੌਰ ਦੇ ਉੱਤੇ ਅੰਨ੍ਹੇਵਾਹ ਵੱਢੇ ਜਾ ਰਹੇ ਨੇ। ਜਿਹੜਾ ਜੰਗਲ ਆ ਉਹ 32% ਚਾਹੀਦਾ। ਸਰਕਾਰ ਦੀ ਅੱਖ ਰਹਿੰਦੇ ਖੁੰਦੇ ਰੁੱਖਾਂ ਦੇ ਉੱਤੇ ਆ। ਪੰਜਾਬ ਦੇ ਵਿੱਚ 3%, 3.25% ਜੰਗਲਾਤ ਰਹਿ ਗਿਆ ਸਾਰਾ। ਬਣੂਗਾ ਕੀ ਪੰਜਾਬ ਦਾ? ਇਹ ਮੁੱਦਾ ਹੈ। ਪੰਜਾਬ ਜਿਹੜਾ 5 ਆਬ ਦਰਿਆਵਾਂ ਦੀ ਧਰਤੀ ਸੀ, ਸਤਲੁਜ ਦਰਿਆ ਜਿਹੜਾ ਉਹ ਡੈੱਡ ਦਰਿਆ ਹੋ ਗਿਆ। ਉਹਦੇ ਵਿੱਚ ਜੀਵ ਜੰਤੂ ਨਹੀਂ ਰਹੇ। ਇੰਡਸਟਰੀ ਜੋ ਗੰਦ ਚੁੱਕ ਚੁੱਕ ਕੇ ਉਹਦੇ ਵਿੱਚ ਸੁੱਟੀ ਜਾਂਦੀ ਹੈ। ਕੋਈ ਇੰਡੀਵਿਜੂਅਲ ਆਪਣੀ ਜ਼ਿੰਮੇਵਾਰੀ ਸਮਝਣ ਦੇ ਵਾਸਤੇ ਤਿਆਰ ਨਹੀਂ। ਪੰਜਾਬੀ ਅਵੇਸਲੇ ਹੋ ਗਏ, ਸਰਕਾਰਾਂ ਨੇ ਅਵੇਸਲੇ ਆਪੇ ਹੋ ਜਾਣਾ ਸੀਗਾ, ਉਹ ਵੀ ਅਵੇਸਲੀਆਂ ਜਿਹੜੀਆਂ ਉਹ ਹੋ ਗਈਆਂ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਹੋਰਾਂ ਨੇ ਚੋਣਾਂ 'ਚ ਵਾਅਦਾ ਕੀਤਾ ਸੀ ਕਿ ਇੱਕ ਕਾਰਡ ਜਾਰੀ ਕਰਾਂਗੇ, ਸਟੂਡੈਂਟ ਕ੍ਰੈਡਿਟ ਕਾਰਡ। ਉਹ ਜਾਰੀ ਕਰਤਾ ਕਿ ਤੁਸੀਂ ਹਾਇਰ ਐਜੂਕੇਸ਼ਨ ਲੈਣੀ ਆ, ਵਰਤੋ, 10 ਲੱਖ ਤੱਕ ਜਿਹੜਾ ਵਰਤ ਲਓ, ਮਿਨੀਮਮ ਜਿਹਾ ਉਹਦਾ ਵਿਆਜ ਆ, ਤੇ ਉਸ ਤੋਂ ਬਾਅਦ ਤੁਸੀਂ ਨੌਕਰੀ ਲੱਗ ਕੇ ਉਹ ਕਿਸ਼ਤਾਂ ਦੇ ਰੂਪ ਦੇ ਵਿੱਚ ਮੋੜ ਦਿਓ। ਉਹ ਪੜ੍ਹਾ ਦੇਣਗੇ। ਉਹਨਾਂ ਨੂੰ ਮੁਫਤ ਲੈਪਟਾਪ ਨਹੀਂ ਦੇਣਾ ਪਊਗਾ, ਉਹਨਾਂ ਨੂੰ ਮੁਫਤ ਸਮਾਰਟਫੋਨ ਨਹੀਂ ਦੇਣਾ ਪਊਗਾ, ਉਹਨਾਂ ਨੂੰ ਮੁਫਤ ਸਾਈਕਲ ਨਹੀਂ ਦੇਣੇ ਪੈਣਗੇ, ਉਹਨਾਂ ਨੂੰ ਆਟਾ ਦਾਲ ਸਕੀਮ ਦੇ ਵਿੱਚ ਨਹੀਂ ਲਿਆਉਣਾ ਪਊਗਾ, ਉਹਨਾਂ ਨੂੰ ਮੁਫਤ ਬਿਜਲੀ ਨਹੀਂ ਦੇਣੀ ਪਊਗੀ। ਸਾਰੇ ਖਰਚੇ ਉਹ ਆਪਣੇ ਤੌਰ ਦੇ ਉੱਤੇ ਝੱਲ ਲੈਣਗੇ। ਇਹ ਹੁੰਦੀ ਦੂਰਅੰਦੇਸ਼ੀ। ਅੱਜ ਜਿਹੜੀ ਰਾਜਨੀਤੀ ਆ ਉਹ ਕਿੱਥੇ ਆ? ਕੁਝ ਪਰਿਵਾਰਾਂ ਦੇ ਉੱਤੇ ਕੇਂਦਰਿਤ ਹੋ ਕੇ ਰਹਿ ਗਈ। ਉਹੀ ਇੱਕ ਦੂਜੇ ਦੇ ਰਿਸ਼ਤੇਦਾਰ ਜਿਹੜੇ ਉਹ ਲੱਗਦੇ ਨੇ। ਜੇ ਇੱਕ ਨੇਤਾ ਦੇ ਜਿਹੜਾ ਰਿਸ਼ਤੇਦਾਰ ਦੇ ਉੱਤੇ ਉਦੋਂ ਦੋਸ਼ ਲੱਗਦੇ ਸੀ, ਅੱਜ ਦੂਜੇ ਦੇ ਰਿਸ਼ਤੇਦਾਰ ਦੇ ਉੱਤੇ ਦੋਸ਼ ਜਿਹੜੇ ਉਹ ਲੱਗੇ ਜਾਂਦੇ। ਰਿਸ਼ਤਾ ਉਹੀ ਹੈ।
ਉਦੋਂ ਵੀ ਸਾਲੇ ਤੇ ਦੋਸ਼ ਲੱਗਦੇ ਸੀ, ਅੱਜ ਵੀ ਜਿਹੜੇ ਉਹ ਸਾਲੇ ਦੇ ਉੱਤੇ ਦੋਸ਼ ਲੱਗੀ ਜਾਂਦੇ ਨੇ। ਕੇਰਲਾ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਜਿਹੜੇ ਪੀ ਵਿਜਯਨ ਨੇ, ਉਹਨਾਂ ਨੇ ਚੋਣਾਂ ਤੋਂ ਪਹਿਲਾਂ ਇਹ ਐਲਾਨ ਕੀਤਾ ਕਿ ਜਿਹੜੇ 2 ਵਾਰੀ ਜਿੱਤ ਚੁੱਕੇ ਆ, ਤੀਜੀ ਵਾਰੀ ਟਿਕਟ ਨਹੀਂ ਦੇਣੀ। 35 ਲੋਕਾਂ ਨੂੰ ਟਿਕਟ ਨਹੀਂ ਦਿੱਤੀ ਗਈ। ਬੜਾ ਉਹ ਮਚਿਆ, ਉਹ ਆਪਣੀ ਗੱਲ ਤੇ ਕਾਇਮ ਰਹੇ। ਕਹਿੰਦੇ ਅਸੀਂ ਭਲਕਦੀ ਲੀਡਰਸ਼ਿਪ ਪੈਦਾ ਕਰਨੀ ਹੈ। ਉਹਨਾਂ ਨੇ ਟਿਕਟਾਂ ਕਿਹਨੂੰ ਦਿੱਤੀਆਂ? ਜਿਹੜੇ MBBS ਸੀਗੇ, ਜਿਹੜੇ ਲਾਇਰ ਸੀਗੇ, ਜਿਹੜੇ ਅਕਾਊਂਟੈਂਟ ਸੀ, ਉਹਨਾਂ ਨੂੰ ਮੈਕਸਿਮਮ ਜਿਤਾ ਵੀ ਗਏ। ਹੁਣ ਜਦੋਂ ਮੰਤਰੀ ਬਣਾਉਣ ਦੀ ਵਾਰੀ ਆਈ, ਉਹਨਾਂ ਦੇ ਵਿੱਚੋਂ ਫੇਰ ਉਹਨਾਂ ਨੂੰ ਚਾਂਸ ਦਿੱਤਾ। ਕਿਉਂ ਚਾਂਸ ਦਿੱਤਾ? ਕਿ ਭਲਕਦੀ ਰਾਜਨੀਤੀ ਬਣਾਉਣੀ ਹੈ। ਅੱਜ ਸਾਡੇ ਇੱਥੇ ਕੀ ਹੋ ਰਿਹਾ? ਕਪਤਾਨ ਸਾਹਿਬ ਕਹਿੰਦੇ ਸੀ ਕਿ ਮੇਰੀ ਇਹ ਲਾਸਟ ਇਲੈਕਸ਼ਨ ਆ। ਹੁਣ ਕਹਿੰਦੇ ਨਾ, ਜਦੋਂ ਤੱਕ ਅਰਥਚਾਰਾ ਨਹੀਂ ਠੀਕ ਹੋ ਜਾਂਦਾ ਪੰਜਾਬ ਦਾ, ਮੈਂ ਤਾਂ ਸਿਆਸਤ ਨਹੀਂ ਛੱਡਣੀ। ਪੰਜਾਬ ਦਾ ਅਰਥਚਾਰਾ ਕਦੋਂ ਠੀਕ ਹੋਊਗਾ ਇਹ ਕਿਸੇ ਨੂੰ ਨਹੀਂ ਪਤਾ। ਮੈਂ ਨਿੱਜੀ ਤੌਰ ਦੇ ਉੱਤੇ ਜੋਤਸ਼ੀਆਂ 'ਚ ਯਕੀਨ ਨਹੀਂ ਕਰਦਾ ਜਿਹੜੇ ਇਹ ਦੱਸ ਦੇਣ ਕਿ ਫਲਾਂ ਤਰੀਕ ਨੂੰ ਜਿਹੜਾ ਉਹ ਪੰਜਾਬ ਦਾ ਅਰਥਚਾਰਾ ਠੀਕ ਹੋ ਜਾਊਗਾ। ਹੋ ਨਹੀਂ ਸਕਦਾ। ਇਹ ਟੇਵਿਆਂ ਨਾਲ ਤਾਂ ਠੀਕ ਹੋਣਾ ਨਹੀਂਗਾ। ਇਹਦੇ ਵਾਸਤੇ ਤਾਂ ਕੁਝ ਦਲੇਰਾਨਾ ਫੈਸਲੇ ਲੈਣੇ ਪੈਣਗੇ। 2002 ਤੋਂ 7 ਤੱਕ ਮੈਂ ਗੱਲ ਕੀਤੀ ਕਿ ਐਡਮਿਨਿਸਟ੍ਰੇਟਰ ਉਦੋਂ ਦਿਸੇ ਕਪਤਾਨ ਸਾਹਿਬ, ਐਤਕੀ ਤੋਂ ਵੀ ਨਹੀਂ ਦਿਸੇ। ਅਫਸਰਾਂ ਦੇ ਸਿਰ ਦੇ ਉੱਤੇ ਸਾਰਾ ਕੁਝ ਛੱਡਿਆ ਹੋਇਆ। ਜੋ ਲੁੱਟ ਖਸੁੱਟ ਮਚੀ ਹੋਈ ਆ, ਜਿਸ ਤਰੀਕੇ ਦੇ ਨਾਲ ਸ਼ਰਾਬ ਤੱਕ ਕੰਟਰੋਲ ਨਹੀਂ ਹੋਈ, ਉਹ ਆਪਣੇ ਸਭ ਦੇ ਸਾਹਮਣੇ ਆ। ਮੁੱਦਿਆਂ ਦੀ ਰਾਜਨੀਤੀ ਜਿਹੜੀ ਆ, ਇਹ ਪੰਜਾਬੀਆਂ ਨੂੰ ਸ਼ੁਰੂ ਕਰਨੀ ਪਊਗੀ। ਯਕੀਨ ਕਰੋ, ਕਿਸੇ ਸਿਆਸੀ ਪਾਰਟੀ ਨੇ ਮੁੱਦਿਆਂ ਦੀ ਰਾਜਨੀਤੀ ਨਹੀਂ ਕਰਨੀ ਸ਼ੁਰੂ। ਉਹ ਕਿਉਂ ਕਰਨਗੇ? ਵੱਡਾ ਸਵਾਲ ਆ, ਉਹ ਕਿਉਂ ਕਰਨਗੇ? ਮੁੱਦਿਆਂ ਦੀ ਰਾਜਨੀਤੀ ਦੇ ਉੱਤੇ ਜਵਾਬ ਦੇਣੇ ਪੈਣਗੇ। ਮੁੱਦਿਆਂ ਦੀ ਰਾਜਨੀਤੀ ਦੇ ਉੱਤੇ ਪ੍ਰੋਗਰਾਮ ਬਣਾ ਕੇ ਸਰਕਾਰਾਂ ਚਲਾਉਣੀਆਂ ਪੈਣਗੀਆਂ। ਮੁੱਦਿਆਂ ਦੀ ਰਾਜਨੀਤੀ ਦੇ ਉੱਤੇ ਕੁਝ ਸਖਤ ਫੈਸਲੇ ਲੈਣੇ ਪੈਣਗੇ। ਸਰਕਾਰਾਂ ਤਾਂ ਫੇਸਬੁੱਕ ਤੇ ਚੱਲਣ ਲੱਗ ਗਈਆਂ ਹੁਣ, ਇਸ ਕਰਕੇ ਉਹਦੇ ਚਾਂਸਸ ਘੱਟ ਨੇ। ਇਹਦੇ ਵਾਸਤੇ ਜਿਹੜਾ ਨੌਜਵਾਨ ਵਰਗ ਹੈ, ਉਹਨੂੰ ਰਾਜਨੀਤੀ ਦੇ ਵਿੱਚ ਦਿਲਚਸਪੀ ਲੈਣੀ ਪਊਗੀ। ਇਹ ਜ਼ਰੂਰੀ ਨਹੀਂਗਾ, ਇਹ ਪੋਸੀਬਲ ਵੀ ਨਹੀਂ ਹੁੰਦਾ ਕਿ ਜਿਹੜੇ ਇੱਕਦਮ ਆ ਜਾਣ ਸਾਹਮਣੇ ਤੇ ਲੜਨ ਲੱਗ ਗਏ। ਆਪਾਂ ਕਹੀਏ 10 ਬਣ ਗਏ ਜੀ, 12 ਬਣ ਗਏ ਜੀ, ਇਸ ਤਰ੍ਹਾਂ ਨਹੀਂ ਹੋ ਸਕਣਾ। ਕਿਉਂਕਿ ਇੱਕ ਢਾਂਚਾ ਜਿਹੜਾ ਸੀ ਉਹ ਵਿਗੜ ਚੁੱਕਿਆ ਹੋਇਆ। ਉਸ ਵਿਗੜੇ ਹੋਏ ਢਾਂਚੇ ਦੇ ਵਿੱਚ ਚੋਣ ਇੰਨੀ ਮਹਿੰਗੀ ਹੋ ਗਈ ਆ, ਆਮ ਬੰਦਾ ਸੁਪਨਾ ਨਹੀਂ ਲੈ ਸਕਦਾ। ਜਿਹੜਾ ਵੋਟਰ ਆ, ਉਹ ਸ਼ਾਮ ਨੂੰ ਕਹਿੰਦਾ ਲਿਆਓ ਵੀ ਵਧੀਆ ਪਊਗਾ, ਮੈਂ ਆਪਣੀ ਥਕਾਵਟ ਜਿਹੜੀ ਉਹ ਲਾਉਣੀ। ਜੇ ਕੋਈ ਅਸੂਲਾਂ ਦੀ ਰਾਜਨੀਤੀ ਕਰੂਗਾ ਤੇ ਉਹ ਹੋਣੀ ਨਹੀਂ। ਉਹਦੇ ਵਾਸਤੇ ਤੁਹਾਨੂੰ ਹੇਠਾਂ ਤੋਂ ਹੰਬਲਾ ਮਾਰ ਕੇ ਇਸ ਢਾਂਚੇ ਨੂੰ ਉਸ ਬਦਲਵੇਂ ਢਾਂਚੇ ਦੇ ਰੂਪ ਦੇ ਵਿੱਚ ਸਾਹਮਣੇ ਲਿਆਉਣਾ ਪਊਗਾ, ਜਿਹਦੇ ਵਿੱਚ ਮੁੱਦਿਆਂ ਦੇ ਉੱਤੇ ਰਾਜਨੀਤੀ ਜਿਹੜੀ ਉਹ ਹੋਵੇ। ਇਹ ਕਹਿ ਕੇ ਨਾ ਕੱਟ ਦੇਣਾ ਕੇਰਲਾ ਦੀ ਸਰਕਾਰ ਨੂੰ ਕਿ ਉਹ ਤਾਂ ਕਾਮਰੇਡਾਂ ਦੀ ਸਰਕਾਰ ਹੈ। ਜਿਹੜੀ ਚੀਜ਼ ਜਿੱਥੋਂ ਚੰਗੀ ਲੱਭਦੀ ਹੈ ਉੱਥੋਂ ਲੈ ਲਓ। ਮੈਂ ਤੁਹਾਨੂੰ ਮਿਸਾਲ ਦਿੱਤੀ ਹੈ ਮਮਤਾ ਬੈਨਰਜੀ ਹੋਰਾਂ ਦੀ। ਮੁੱਦਿਆਂ ਦੀ ਰਾਜਨੀਤੀ ਸੀ, ਜਿਹਦੇ ਕਰਕੇ ਤੀਜੀ ਵਾਰੀ ਲੋਕਾਂ ਨੇ ਕਾਂਗਰਸ ਤੇ ਜਿਹੜੀਆਂ ਖੱਬੀਆਂ ਸੱਜੀਆਂ ਪਾਰਟੀਆਂ ਸੀ ਇੰਨੀਆਂ ਪੁਰਾਣੀਆਂ, ਉਹ ਵੀ ਵਲੇਟ ਕੇ ਰੱਖਤੀਆਂ ਵੀ ਨਾ ਇਹ ਗੱਲ ਠੀਕ ਕਹਿੰਦੀ। ਇਹ ਨਹੀਂ ਹੈ ਕਿ ਲੋਕ ਸਹਿਯੋਗ ਨਹੀਂ ਦਿੰਦੇ, ਉਹਦੇ ਵਾਸਤੇ ਦਲੇਰੀ ਕਰਨੀ ਪੈਂਦੀ ਹੈ। ਜੇ ਚਾਹੁੰਦੀ ਤਾਂ ਮਮਤਾ ਬੈਨਰਜੀ ਵੀ ਇਹ ਗੱਲ ਕਹਿ ਸਕਦੀ ਸੀ, ਇਦਾਂ ਦੇ ਲੋਕ ਲਭਾਊ ਨਾਰੇ ਉਹ ਦੇ ਸਕਦੀ ਸੀ। ਨਹੀਂ ਦਿੱਤੇ ਉਹਨੇ। ਕਿਉਂ ਨਹੀਂ ਦਿੱਤੇ? ਉਹਨੂੰ ਕਿਤੇ ਨਾ ਕਿਤੇ ਯਕੀਨ ਸੀਗਾ ਇਸ ਗੱਲ ਦਾ ਕਿ ਮੇਰੇ ਲੋਕ ਇੰਨੇ ਪੜ੍ਹੇ ਲਿਖੇ ਨੇ ਜਾਂ ਇੰਨੇ ਦਿਮਾਗੀ ਤੌਰ ਦੇ ਉੱਤੇ ਜਾਣਦੇ ਨੇ ਇਹਨਾਂ ਗੱਲਾਂ ਨੂੰ ਕਿ ਅਸੀਂ ਕਿਹੜੀ ਸਰਕਾਰ ਚੁਣਨੀ ਆ ਤੇ ਕਿਉਂ ਚੁਣਨੀ ਹੈ। ਇਹ ਨਹੀਂ ਹੈਗਾ ਕਿ ਪੰਜਾਬ ਦੇ ਲੋਕ ਜਾਣਦੇ ਨਹੀਂ। ਪੰਜਾਬ ਦੇ ਲੋਕ ਜਾਣਦੇ ਆ। ਪੰਜਾਬ ਦੇ ਲੋਕ ਅਵੇਸਲੇ ਹੋਏ ਬੈਠੇ ਆ। ਇਹ ਅਵੇਸਲਾਪਨ ਛੱਡ ਕੇ ਨਾਵਾਂ ਦੀ ਜਿਹੜੀ ਰਾਜਨੀਤੀ ਆ, ਚਿਹਰਿਆਂ ਦੀ ਰਾਜਨੀਤੀ ਆ, ਉਹ ਤੋਂ ਲਾਂਭੇ ਹਟ ਕੇ ਮੁੱਦਿਆਂ ਦੀ ਰਾਜਨੀਤੀ ਵੱਲ ਨੂੰ ਜਾਣਾ ਪਊਗਾ। ਕੋਈ ਰਾਹ ਨਹੀਂ ਬਚਿਆ, ਕੋਈ ਰਾਹ ਨਹੀਂ ਬਚਿਆ ਇਹਦੇ ਤੋਂ ਬਿਨਾਂ ਕਿ ਤੁਸੀਂ ਆਪਣੇ ਹਸਪਤਾਲਾਂ ਦੀ ਗੱਲ ਨਾ ਛੋਹੋ, ਆਪਣੀਆਂ ਡਿਸਪੈਂਸਰੀਆਂ ਦੀ ਗੱਲ ਨਾ ਛੋਹੋ, ਆਪਣੇ ਪਿੰਡਾਂ ਕਸਬਿਆਂ ਸ਼ਹਿਰਾਂ ਦੇ ਸਕੂਲਾਂ ਦੀ ਗੱਲ ਜਿਹੜੀ ਉਹ ਨਾ ਛੋਹੋ, ਤੁਹਾਡੇ ਚਫੇਰੇ ਮੂੰਹ ਅੱਡੀ ਖੜੇ ਨਸ਼ੇ ਦੀ ਗੱਲ ਨਾ ਛੋਹੋ, ਤੁਹਾਡੇ ਚਫੇਰੇ ਉਹ ਬਿਮਾਰੀਆਂ ਜਿਸ ਸੂਬੇ ਦੇ ਵਿੱਚੋਂ ਕੈਂਸਰ ਟ੍ਰੇਨ ਚੱਲਦੀ ਹੋਵੇ ਉਹਨਾਂ ਬਿਮਾਰੀਆਂ ਦੀ ਗੱਲ ਜਿਹੜੀ ਉਹ ਨਾ ਛੋਹੋ, ਉਸ ਪਾਣੀ ਦੀ ਗੱਲ ਨਾ ਛੋਹੋ ਜਿਹੜਾ ਕਿ ਡੇ ਬਾਈ ਡੇ ਮੁੱਕਦਾ ਤੁਰਿਆ ਜਾ ਰਿਹਾ, ਉਹਨਾਂ ਰੁੱਖਾਂ ਦੀ ਗੱਲ ਨਾ ਛੋਹੋ ਜਿਹੜੇ ਤੁਹਾਡੇ ਸਭ ਤੋਂ ਪਿਆਰੇ ਮਿੱਤਰ ਨੇ। ਯਾਦ ਕਰਨਾ,
ਜੇ ਤੁਸੀਂ ਇਤਿਹਾਸ ਜਾਣਦੇ ਹੋ, ਇਤਿਹਾਸ ਦੇ ਸਟੂਡੈਂਟ ਹੋ, ਤੇ ਬਹੁਤ ਵੱਡੀਆਂ ਵੱਡੀਆਂ ਸੱਭਿਅਤਾਵਾਂ ਨੂੰ ਗਰਕਦਿਆਂ ਵੀ ਇਤਿਹਾਸ ਨੇ ਵੇਖਿਆ। ਤੇ ਜੇ ਸਾਡੇ ਹਾਲਾਤ ਇਹ ਬਣੇ ਰਹੇ ਤੇ ਸਾਡੀਆਂ ਇਹ ਜੜ੍ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਗਵਾਚ ਜਾਣਗੀਆਂ। ਧੰਨਵਾਦ। ਸਤਿ ਸ਼੍ਰੀ ਅਕਾਲ।